ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾਵੇਂ ਸਭ ਭਰਮ ਭੁਲਾਣੀ। ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਇ ਨ ਪਾਵਣੀਆਂ। ਹਉ ਵਾਰੀ ਜਿਉ ਵਾਰੀ, ਹਰ ਸੇਤੀ ਚਿਤ ਲਾਵਣੀਆਂ। ਹਰ ਸੱਚਾ ਗੁਰ ਭਗਤੀ ਪਾਈਏ, ਸਹਿਜੇ ਮਨ ਵਸਾਵਣੀਆਂ। ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵਤ ਕਾ, ਪੂਰੇ ਭਾਗ ਮਿਲਾਵਣੀਆਂ। ਇਹ ਮਨ ਮੈਲਾ ਇੱਕ ਨ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਪਾਏ। ਤਟ ਤੀਰਥ ਦਿਸੰਤਰ ਪਵੇ ਅਹੰਕਾਰੀ, ਹੋਰ ਵਧੇਰੇ ਹਉਮੈ ਮਲ ਲਾਵਣੀਆਂ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੇ ਹਰਿ ਸਿਉ ਚਿਤ ਲਾਏ। ਹਰ ਨਿਰਮਲ ਸਚ ਮੈਲ ਨ ਲਾਗੇ, ਸਚ ਲਾਗੇ ਮੈਲ ਗਵਾਵਣੀਆਂ। ਬਾਝ ਗੁਰ ਹੈ ਅੰਧ ਗਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸਟਾਂ ਕੇ ਕੀੜੇ ਬਿਸਟਾਂ ਕਮਾਵੈ, ਫਿਰ ਬਿਸਟਾਂ ਮੇਂ ਪਚਾਵਣੀਆਂ। ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸਭ ਦੇ ਖੋਵੇ। ਅਨ ਦਿਨ ਹਰਿ ਜਿਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣੀਆਂ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸਚ ਸੇਵੇ ਦੁਖ ਗਵਾਵਣੀਆਂ। ਸਦਾ ਹਜ਼ੂਰ ਦੂਰ ਨ ਜਾਣੇ, ਗੁਰ ਸਬਦੀ ਹਰ ਅੰਤਰ ਪਛਾਣੇ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣੀਆਂ। ਸਦਾ ਹਜ਼ੂਰ ਦੂਰ ਨ ਜਾਣੋ, ਗੁਰ ਸਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣੀਆਂ। ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਅੰਡਜ ਜੇਰਜ ਸੇਤਜ ਉਤਪਜ 84 ਲੱਖ ਜੀਵਾਂ ਦੀ ਉਤਪਤੀ ਦੀਆਂ ਇਹ ਖਾਣੀਆਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ। ਸਭ ਜੀਵਾਂ ਦੀ ਬਣਤਰ ਰਚਨਾ ਤੇਰੀ ਹੀ ਰਚੀ ਹੋਈ ਹੈ। ਪਰ ਹੇ ਭਾਈ, ਉਸ ਰਚਨਹਾਰ ਪ੍ਰਭ ਦੇ ਨਾਮ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਈ ਹੋਈ ਹੈ। ਭਾਵ ਆਤਮਿਕ ਗਿਆਨ ਤੋਂ ਬਿਨਾਂ ਰਸਤਾ ਭਟਕੇ ਬੈਠੀ ਹੋਈ ਹੈ। ਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਮਨੁੱਖ ਪਰਮਾਤਮਾ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ। ਆਤਮਿਕ ਗਿਆਨ ਕੇਵਲ ਗੁਰਸੇਵਾ ਤੋਂ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਮੈਂ ਉਹਨਾਂ ਵਡਭਾਗੀ ਗੁਰਮੁਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜਿਹੜੇ ਆਪਣੇ ਮੂਲ ਨਾਲ ਆਪਣਾ ਚਿੱਤ ਜੋੜਦੇ ਹਨ, ਇੱਕ ਮਨ ਇੱਕ ਚਿੱਤ ਹੁੰਦੇ ਹਨ। ਪਰ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸਦਾ ਰੱਖਿਆ ਹੀ ਮਿਲਦਾ ਹੈ। ਜਿਹੜੇ ਗੁਰਮੁਖ ਗੁਰੂ ਉੱਤੇ ਸਰਦਾ ਬਣਾਉਂਦੇ ਹਨ, ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਹਨ। ਰਹਾਉ ਗੁਰੂ ਦੇ ਸਰਦਾ ਰੱਖਣ ਨਾਲ ਆਤਮਿਕ ਗਿਆਨ ਸਹਿਜੇ ਹੀ ਆਪਣੇ ਅੰਦਰ ਉਤਪੰਨ ਹੋ ਜਾਂਦਾ ਹੈ। ਭਾਵ ਬਗੈਰ ਕਿਸੇ ਦਿਮਾਗੀ ਕੋਸ਼ਿਸ਼ ਦੇ
ਪਰਮਾਤਮਾ ਮਿਹਰ ਕਰਦਾ ਹੈ। ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰ ਇੱਕ ਚੀਜ਼ ਪ੍ਰਾਪਤ ਕਰ ਲੈਂਦਾ ਹੈ। ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿੱਚ ਧਾਰ ਕੇ ਗੁਰ ਦੀ ਚਰਨੀ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ। ਆਤਮਕ ਗਿਆਨ ਰਸਤੇ ਖੋਲ੍ਹਦਾ ਹੈ, ਕਿਉਂਕਿ ਮਨੁੱਖੀ ਦ੍ਰਿਸ਼ਟੀਕੋਣ ਵਿੱਚ ਫੈਲਾਅ ਆਉਂਦਾ ਹੈ ਜੀ। ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ। ਪਰਮਾਤਮਾ ਜੀਵ ਨੂੰ ਉਸਦੀ ਪੂਰੀ ਕਿਸਮਤ ਦਾ ਸਦਕਾ ਗੁਰੂ ਨਾਲ ਮਿਲਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਤਨਾ ਚਿਰ ਮਨੁੱਖ ਦਾ ਇਹ ਮਨ ਵਿਕਾਰਾਂ ਦੀ ਮੈਲ ਨਾਲ ਮੈਲਾ ਰਹਿੰਦਾ ਹੈ, ਤਦੋਂ ਤੱਕ ਮਨੁੱਖ ਇੱਕ ਪਰਮਾਤਮਾ ਨੂੰ ਨਹੀਂ ਸਿਮਰਦਾ। ਮਨ ਮੈਲਾ ਭਾਵ ਹਉਮੈ ਦੀ, ਅਗਿਆਨਤਾ ਦੀ ਮੈਲ। ਅਗਿਆਨਤਾ ਕੀ ਹੈ? ਮਾਇਆ ਨੂੰ ਜਾਂ ਪਦਾਰਥਾਂ ਨੂੰ ਸਦੀਵੀ ਸਮਝ ਕੇ ਉਸ ਨਾਲ ਮੋਹ ਮਾਇਆ ਦਾ ਪਿਆਰ ਕਰ ਲੈਣਾ। ਮਾਇਆ ਵਿੱਚ ਪਿਆਰ ਪਾਉਣ ਦੇ ਕਾਰਨ ਮਨੁੱਖ ਦੇ ਅੰਦਰ ਮਨ ਵਿੱਚ ਵਿਕਾਰਾਂ ਦੀ ਬਹੁਤ ਮੈਲ ਲੱਗੀ ਰਹਿੰਦੀ ਹੈ। ਦੂਜਾ ਮਾਇਆ ਦੂਜੇ ਨਾਲ ਪਿਆਰ ਭਾਵ ਦੁਬਦਾ ਪੈਦਾ ਕਰਦੀ ਹੈ। ਅਜਿਹੇ ਜੀਵਨ ਵਾਲਾ ਮਨੁੱਖ ਕਿਸੇ ਨਦੀ ਦੇ ਕੰਢੇ 'ਤੇ ਜਾਂਦਾ ਹੈ, ਕਿਸੇ ਤੀਰਥ 'ਤੇ ਵੀ ਜਾਂਦਾ ਹੈ, ਹੋਰ ਦੇਸ਼ ਵਿੱਚ ਵੀ ਪਾਉਂਦਾ ਹੈ, ਪਰ ਇਸ ਤਰ੍ਹਾਂ ਉਹ ਤੀਰਥ ਯਾਤਰਾ ਆਦਿ ਦੇ ਮਾਣ ਨਾਲ ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ ਜੀ। ਮਨ ਦੀ ਮੈਲ ਤੀਰਥਾਂ 'ਤੇ ਜਾ ਕੇ ਨਹੀਂ ਲੈਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਲੇ ਕੇਵਲ ਸਤਿਗੁਰ ਯਾਨੀ ਆਤਮਕ ਗਿਆਨ ਨਾਲ ਲੈਂਦੀ ਹੈ ਜੀ। ਜਦੋਂ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਹੈ, ਤਦੋਂ ਉਸਦੇ ਮਨ ਵਿੱਚੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਆਤਮਕ ਗਿਆਨ ਕੀ ਹੈ? ਕਿ ਮੇਰਾ ਮੂਲ ਪ੍ਰਭ ਅਬਿਨਾਸੀ ਹੈ, ਕਦੇ ਮਰਦਾ ਜੰਮਦਾ ਨਹੀਂ ਹੈ। ਉਹ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਆਪਾ ਭਾਵ ਤੋਂ ਮਰਿਆ ਰਹਿੰਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ। ਪਰਮਾਤਮਾ ਸਦਾ ਸਥਿਰ ਰਹਿਣ ਵਾਲਾ ਹੈ ਤੇ ਪਵਿੱਤਰ ਸਰੂਪ ਹੈ। ਉਸਨੂੰ ਹਉਮੈ ਆਦਿਕ ਵਿਕਾਰਾਂ ਦੀ ਮੈਲ ਪੋ ਨਹੀਂ ਸਕਦੀ। ਜਿਹੜਾ ਮਨੁੱਖ ਉਸ ਸਦਾ ਸਥਿਰ ਪ੍ਰਭ ਦੀ ਯਾਦ ਵਿੱਚ ਲੱਗਦਾ ਹੈ, ਉਹ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਦੂਰ ਕਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਤੋਂ ਬਿਨਾਂ ਜਗਤ ਵਿੱਚ ਮਾਇਆ ਦੇ ਮੋਹ ਦਾ ਕੁੱਪ ਹਨੇਰਾ ਪਿਆ ਰਹਿੰਦਾ ਹੈ। ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ ਉਸ ਮੋਹ ਵਿੱਚ ਅੰਨਾ ਹੋਇਆ ਰਹਿੰਦਾ ਹੈ। ਮੋਹ ਦੇ ਹਨੇਰੇ ਵਿੱਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ ਗੰਧ ਦੇ ਕੀੜੇ ਗੰਧ ਖਾਣ ਦੀ ਕਮਾਈ ਹੀ ਕਰਦੇ ਹਨ ਤੇ ਫਿਰ ਗੰਧ ਵਿੱਚ ਹੀ ਦੁਖੀ ਹੁੰਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਮਾਇਆ ਦੇ ਮੋਹ ਤੋਂ ਮੁਕਤ ਗੁਰ ਦੀ ਸ਼ਰਨ ਲੈਂਦਾ ਹੈ, ਉਹ ਵੀ ਮਾਇਆ ਦੇ ਮੋਹ ਤੋਂ ਸੰਤਰ ਹੋ ਜਾਂਦਾ ਹੈ। ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਹਉਮੈ ਤੇ ਅਪਣਤ ਦੀ ਮੈਲ
ਦੂਰ ਕਰ ਲੈਂਦਾ ਹੈ ਜੀ। ਗੁਰਸਰਨ ਦੀ ਬਰਕਤ ਨਾਲ ਉਹ ਹਰ ਰੋਜ਼ ਸਦਾ ਸਿਰ ਪ੍ਰਭ ਦਾ ਸਿਮਰਨ ਕਰਦਾ ਹੈ, ਪਰ ਗੁਰੂ ਵੀ ਕਿਸਮਤ ਨਾਲ ਹੋਵੇ ਤਾਂ ਹੀ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਪ੍ਰਭ ਆਪ ਹੀ ਬਖਸ਼ਿਸ਼ ਕਰਦਾ ਹੈ ਤੇ ਗੁਰਚਰਨਾਂ ਵਿੱਚ ਮਿਲਾਉਂਦਾ ਹੈ, ਉਹ ਗੁਰਮੁਖ ਪੂਰੇ ਗੁਰੂ ਪਾਸੋਂ ਨਾਮ ਖਜ਼ਾਨਾ ਹਾਸਲ ਕਰ ਲੈਂਦਾ ਹੈ। ਸਦਾ ਥਿਰ ਪ੍ਰਭ ਦੇ ਨਾਮ ਵਿੱਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ ਵਿਕਾਰਾਂ ਵੱਲੋਂ ਅਡੋਲ ਹੋ ਜਾਂਦਾ ਹੈ। ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਕੇ ਉਹ ਆਪਣਾ ਹਰ ਇੱਕ ਕਿਸਮ ਦਾ ਦੁੱਖ ਮਿਟਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਪਰਮਾਤਮਾ ਸਦਾ ਸਭ ਜੀਵਾਂ ਦੇ ਅੰਗ ਸੰਗ ਵਸਦਾ ਹੈ। ਉਸ ਨੂੰ ਆਪਣੇ ਤੋਂ ਦੂਰ ਵਸਦਾ ਨਾ ਸਮਝੋ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿੱਚ ਜਾਣ ਪਛਾਣ ਬਣਾਓ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਪ੍ਰਭ ਦੇ ਨਾਮ ਵਿੱਚ ਜੁੜਿਆਂ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਪ੍ਰਭ ਦਾ ਨਾਮ ਪੂਰੇ ਗੁਰੂ ਤੋਂ ਹੀ ਮਿਲਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਜਿਸ ਤਰ੍ਹਾਂ ਇਹ ਪੰਕਤੀ ਹੈ, ਤੇਰੀਆਂ ਖਾਣੀ ਦਾ ਭਾਵ ਖਾਣੀ 4 ਪ੍ਰਕਾਰ ਦੀ ਹੁੰਦੀ ਹੈ। ਅੰਡਜ, ਜੇਰਜ, ਸੇਤਜ, ਉਤਪਜ। ਤੇ ਬਾਣੀਆਂ 4 ਪ੍ਰਕਾਰ ਦੀਆਂ, ਬੈਖਰੀ, ਮਧਮਾ, ਬਸੰਤੀ, ਪਰਾਸੇਤੀ। ਇਹ ਗੁਰੂ ਦੀ ਭਗਤੀ ਹੈ ਦੀਆਂ ਬਾਣੀਆਂ ਹੈ ਜੀ। ਜਿਨ੍ਹਾਂ ਜੀਆਂ ਅੰਦਰ ਪਰਮੇਸ਼ਰ ਦੇ ਨਾਮ ਦਾ ਨਿਵਾਸ ਗੁਰਭਗਤੀ ਤੋਂ ਬਿਨਾਂ ਨਹੀਂ ਹੋ ਸਕਦਾ, ਅਤੇ ਗੁਰਭਗਤੀ ਇਨਸਾਨੀ ਜਾਮੇ ਧਾਰਨ ਕੀਤੇ ਬਿਨਾਂ ਨਹੀਂ ਹੋ ਸਕਦੀ ਜੀ। ਇਸ ਕਲਯੁਗ ਦੇ ਸਮੇਂ ਅੰਦਰ ਤੀਰਥਾਂ ਤੇ ਭਰਮਣ ਨਾਲ ਹੋਰ ਵਧੇਰੇ ਹੋਣ ਦੀ ਮੈਲ ਲੱਗਦੀ ਹੈ। ਇਸ ਲਈ ਅੰਤਰਗਤ ਤੀਰਥ ਮਲ ਨਾਓ ਦਾ ਧਾਰਨੀ ਬਣਨਾ ਹੀ ਗੁਰਮਤ ਹੈ। ਇਸ ਸ਼ਬਦ ਦਾ ਸਿਧਾਂਤਕ ਪੱਖ ਮੁਕਤੇ ਸੇਵੇ ਮੁਕਤਾ ਹੋਵੇ ਯਾਦ ਰੱਖਣਾ ਚਾਹੀਦਾ ਹੈ ਜੀ। ਜੈਸਾ ਸੇਵੇ ਤੈਸਾ ਹੋਏ ਦੇ ਨਿਯਮ ਅਨੁਸਾਰ ਜਿਹੋ ਜਿਹੀ ਕੋਈ ਮਨੁੱਖ ਸੇਵਾ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਅਵਸ਼ ਮਿਲਦਾ ਹੈ ਜੀ। ਗੁਰੂ ਜੀ ਕਹਿੰਦੇ ਹਨ ਕਿ ਮੈਂ ਉਸ ਗੁਰਮੁਖ ਤੋਂ ਬਲਿਹਾਰ ਜਾਂਦਾ ਹਾਂ, ਜਿਸ ਨੇ ਆਪਣੇ ਮਨ ਅਤੇ ਚਿੱਤ ਦੀ ਇਕਾਗਰਤਾ ਗੁਰੂ ਗਿਆਨ ਦੁਆਰਾ ਕੀਤੀ ਹੈ ਜੀ। ਆਤਮਿਕ ਗਿਆਨ ਚਾਹੀਦਾ ਹੈ ਆਪਣੇ ਅਸਲ ਨੂੰ ਪਹਿਚਾਨਣ ਵਾਸਤੇ। ਬਗੈਰ ਪਛਾਣ ਦੇ ਏਕਤਾ ਕਿਸ ਤਰ੍ਹਾਂ ਹੋ ਸਕਦੀ ਹੈ? ਪਰ ਇਹ ਗਿਆਨ ਕਿਤਾਬੀ ਗਿਆਨ ਨਹੀਂ, ਸ਼ਾਸਤਰੀ ਗਿਆਨ ਨਹੀਂ। ਇਹ ਗਿਆਨ ਅੰਦਰ ਮੌਜੂਦ ਹੈ। ਇਸ ਨੂੰ ਲੱਭਣਾ ਹੈ ਜੀ। ਲੱਭਣ ਦਾ ਰਸਤਾ ਗੁਰਬਾਣੀ ਗੁਰੂ ਕੋਲ ਹੈ। ਦਰਅਸਲ ਗੁਰੂ ਹੀ ਰਸਤਾ ਹੈ ਅਤੇ ਗੁਰੂ ਹੀ ਮੰਜ਼ਿਲ ਵੀ ਹੈ। ਅਗਿਆਨਤਾ ਦਾ ਭਾਵ ਪਦਾਰਥਾਂ ਦੀ ਦੁਨੀਆ ਨੂੰ ਸੱਚ ਸਦੀਵੀ ਸਮਝਣਾ। ਸਾਡਾ ਮੂਲ ਅਵਿਨਾਸ਼ੀ ਹੈ, ਤੱਤ ਹੈ, ਪਦਾਰਥੀ ਨਹੀਂ। ਤੱਤ ਗਿਆਨ ਹੀ ਹੁੰਦਾ, ਸੋ ਇਹ ਗਿਆਨ ਸਾਡੇ ਅੰਦਰ ਹੈ, ਕਿਉਂਕਿ ਸਾਡਾ ਮੂਲ ਅੰਦਰ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ।
ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।